ਗੁਰੂ ਗ੍ਰੰਥ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸਾਡੇ ਤਾਂ ਹੌਲ ਪੈਂਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਓੰਕਾਰ, ਇੱਕ ਨੂੰ ਓੰਕਾਰ ਕਹਿ ਕੇ ਉਹਦੇ ਅਰਥ ਓਕਾਰ, ਆਕਾਰ, ਮਕਾਰ, ਜਿਹੜਾ ਬ੍ਰਹਮਾ ਵਿਸ਼ਨੂੰ ਸ਼ਿਵ ਕਰਦਾ ਸੀ, ਇਹ ਕਹਿੰਦੇ ਆ, ਸਾਡੇ ਵਾਲੇ ਕਹਿੰਦੇ ਆ ਵੀ ਸਾਡਾ ਜਿਹੜਾ ਰੱਬ ਆ ਉਹ ਤਿੰਨਾਂ ਦੇਵਤਿਆਂ ਵਾਲਾ ਕੰਮ ਇਕੱਲਾ ਹੀ ਕਰਦਾ ਹੈ, ਪੈਦਾ ਕਰਦਾ ਹੈ, ਉਤਪਤੀ ਕਰਦਾ ਹੈ, ਪਾਲਣ ਪੋਸ਼ਣ ਕਰਦਾ ਹੈ ਤੇ ਵਿਨਾਸ਼ ਕਰਦਾ ਹੈ। ਉਹ ਤਿੰਨਾਂ ਦੇ ਓਕਾਰ, ਆਕਾਰ, ਮਕਾਰ ਦੇ ਜੋੜ ਨੂੰ ਇਹ ਕਹਿੰਦੇ ਆ ਓੰਕਾਰ। ਲਿਆ ਇਹ ਵੀ ਉੱਥੋਂ ਹੀ ਆ। ਇਹਨਾਂ ਨੇ ਬ੍ਰਹਮਾ ਵਿਸ਼ਨੂੰ ਦਾ ਨਵਾਂ ਵਰਜ਼ਨ, ਯਾਨੀ ਤਿੰਨਾਂ ਦਾ ਇੱਕ ਕਈ ਪ੍ਰੋਡਕਟ ਨਹੀਂ ਹੁੰਦੀਆਂ। ਅਗਲਾ ਕਹਿੰਦਾ ਵੀ ਤੁਸੀਂ ਪਹਿਲਾਂ ਆਲੂ ਕੱਟਦੇ ਹੁੰਦੇ ਸੀ ਇੱਦਾਂ, ਹੈ ਨਾ, ਫਿਰ ਚੱਕ ਕੇ ਉਹਨੂੰ ਇੱਦਾਂ ਪਹਿਲਾਂ ਆਲੂ ਧੋਂਦੇ ਸੀ, ਫਿਰ ਆਲੂ ਕੱਟਦੇ ਸੀ, ਫਿਰ ਉਹਨੂੰ ਚੱਕ ਕੇ ਮਸ਼ੀਨ ਦੇ ਵਿੱਚ ਤਲਦੇ ਸੀਗੇ, ਹੈ ਨਾ। ਹੁਣ ਉਹ ਕਹਿੰਦੇ ਨਵੀਂ ਮਸ਼ੀਨ ਇੱਥੇ ਆਲੂ ਰੱਖ ਦਿਓ, ਆਪੇ ਇੱਦਾਂ ਕਰਕੇ ਘੁੰਮ ਕੇ ਪਹਿਲਾਂ ਧੋ ਹੋ ਜਾਂਦੇ, ਇੱਥੇ ਕੱਟ ਹੋ ਜਾਂਦੇ ਆ, ਹੁਣ ਕੋਈ ਤਲ ਕੇ ਚਿਪਸ ਬਣ ਕੇ ਬਾਹਰ ਨਿਕਲ ਜਾਂਦੇ ਆ। ਇੱਕ ਨਵਾਂ ਵਰਜ਼ਨ ਆ ਗਿਆ। ਫਿਰ ਤੁਹਾਡੇ 3-4 ਕੰਮ ਜਿਹੜੇ ਸੀ, ਹੁਣ ਆਟੇ ਵਾਲੀਆਂ ਮਸ਼ੀਨਾਂ ਜਦੋਂ ਪਹਿਲਾਂ ਆਟਾ ਗੁੰਨਣੇ ਵਾਲੀਆਂ ਆਉਂਦੀਆਂ ਸੀ, ਠੀਕ ਹੈ, ਫਿਰ ਪੇੜਾ ਕਰਕੇ ਰੱਖਣੇ ਪੈਂਦੇ ਸੀ, ਫਿਰ ਪ੍ਰੈਸ ਕਰਨੇ ਪੈਂਦੇ ਸੀ, ਫਿਰ ਇੱਕ ਪਾਸੇ ਤਵੀ ਹੁੰਦੀ ਸੀ ਘੁੰਮਦੀ, ਉੱਤੇ ਰੱਖਣੇ ਪੈਂਦੇ ਸੀ। ਉਹ ਹੁਣ ਅਗਲੇ ਨੇ ਮਸ਼ੀਨਾਂ ਵਧੀਆ ਕੱਢ ਦਿੱਤੀਆਂ, ਉਹ ਕਹਿੰਦੇ ਸੁੱਕਾ ਆਟਾ ਪਾ ਦਿਓ, ਇੱਦਾਂ ਇੱਥੋਂ ਆਟਾ ਗੁੱਝ ਕੇ ਇੱਦਾਂ ਇਸ ਤਰੀਕੇ ਨਾਲ ਜਾਂਦਾ, ਰੋਟੀਆਂ ਬਣ ਕੇ ਰੜ ਕੇ ਬਾਹਰ ਨਿਕਲ ਜਾਂਦੀਆਂ। ਇੱਦਾਂ ਦਾ ਇਨੀ ਨਵਾਂ ਵਰਜ਼ਨ ਜਿਹੜਾ ਆ ਉਹ ਓਂਕਾਰ ਦੇ ਰਾਹੀਂ ਸਾਨੂੰ ਦਿੱਤਾ। ਜਦ ਕਿ ਉਹਦਾ ਲੈਣਾ, ਜਦੋਂ ਉਹਨਾਂ ਪੰਕਤੀਆਂ ਦੇ ਅਰਥ ਇਹਨਾਂ ਤੋਂ ਸੁਣਦੇ ਆ, ਇੱਕ ਗੱਲ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਸਾਹਿਬ ਨੇ ਉਸ ਸਮੇਂ ਜਿਹੜੀ ਉਹਨਾਂ ਦੀ ਲੜਾਈ ਸੀ, ਜਿਹਨੂੰ ਸ਼ੁਰੂ ਕਰਦੇ ਆ ਕਿ ਕਾਦੀ ਕੂੜ ਬੋਲ ਮਲ ਖਾਈ, ਬਾਹਮਣ ਨਾਵੇ ਜੀਆਂ ਖਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਉਹ ਜਿਹੜਾ ਉਜਾੜੇ ਦਾ ਬੰਦ ਕਰਨੇ ਵਾਲੇ ਆ ਨਾ, ਉਹਨਾਂ ਤਿੰਨਾਂ ਦੇ ਵਿੱਚ ਅੱਜ ਸਾਡੇ ਰਾਗੀ ਢਾਡੀ ਬਰਾਬਰ ਖੜੇ ਆ। ਸਾਡੇ ਲਈ ਜੋਗੀ ਦਾ, ਕਾਜੀ ਦਾ ਜਾਂ ਉਸ ਬ੍ਰਾਹਮਣ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸਾਡੇ ਲਈ ਕੋਈ ਖਤਰਾ ਨਹੀਂ ਹੈਗਾ। ਨਾ ਅਸੀਂ ਮੰਦਿਰ ਜਾਈਏ, ਯੋਗੀਆਂ ਨੂੰ ਅਸੀਂ ਕਿੱਥੇ ਮੰਨੀਏ, ਅਸੀਂ ਮਸੀਤਾਂ 'ਚ ਨਹੀਂ ਜਾਂਦੇ, ਮੁਸਲਮਾਨ ਧਰਮ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਸਾਨੂੰ ਜੇ ਲੁੱਟ ਰਹੇ ਆ ਤੇ ਸਾਡੇ ਰਾਗੀ ਢਾਡੀ ਪ੍ਰਚਾਰਕ ਲੁੱਟ ਰਹੇ ਆ। ਜਦੋਂ ਇਹਨਾਂ ਕੋਲ ਇੱਕ ਸ਼ਬਦ ਜਿਹੜਾ ਮੇਰਾ ਜੀ ਕਰਦਾ ਸੀ, ਆਪਾਂ ਜੇ 5 ਮਿੰਟ ਹੋਰ ਲਾ ਲਈਏ ਤਾਂ, ਜਿਹੜਾ ਸ਼ਬਦ ਆ ਮਛਲੀ ਜਾਲ ਨਾ ਜਾਣਿਆ ਥਲ ਖਾਰਾ ਅਸਗਾ, ਮੈਨੂੰ ਇੱਥੋਂ ਲੱਭ ਲੈਣ ਦਿਓ। ਜੇ ਹਾਂ ਜੀ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆ। ਹੁਣ ਉਹਦੇ ਅਰਥ ਮੈਂ ਇੱਕ ਦਿਨ ਪ੍ਰਚਾਰਕ ਦੇ ਸੁਣਦਾ ਸੀ, ਉਦਾਹਰਣ ਦਿੰਦਾ ਸੀ ਉਹ, ਭਈ ਜਿਹੜੀ ਮਛਲੀ ਆ ਉਹਦੇ ਉੱਤੇ ਜਿੱਦਾਂ ਜਾਲ ਪੈ ਜਾਂਦਾ ਨਾ, ਜਿੱਦਾਂ ਫੜੀ ਜਾਂਦੀ ਆ, ਉਹ ਇੱਦਾਂ ਹੀ ਕਾਲ ਆ, ਇੱਦਾਂ ਹੀ ਮੌਤ ਆ ਤੇਰੇ ਲਈ। ਹੁਣ ਇੱਕ ਸਵਾਲ ਪੈਦਾ ਹੁੰਦਾ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸੁਣ ਲਿਓ, ਧੁੰਦੇ ਹੁਣਾਂ ਨੂੰ ਸੁਣ ਲਿਓ, ਠੀਕ ਆ, ਜਦੋਂ ਗੱਲ ਕਰਦੇ ਆ ਉਹ 'ਚ ਬੰਦੇ ਦੇ ਮਨ 'ਚ ਸਵਾਲ ਆਉਂਦੇ ਆ ਵੀ ਹੁਣ ਜੇ ਗੁਰੂ ਨਾਨਕ ਪਾਤਸ਼ਾਹ ਦੀ ਇਹ ਕਹੀ ਹੋਈ ਗੱਲ ਨੂੰ ਅਸੀਂ ਇਸ ਤਰੀਕੇ ਨਾਲ ਲੈ ਲਈਏ, ਜਿਹੜੀ ਰਹਾਉ ਦੀ ਪੰਕਤੀ ਆ, ਜਿਉਂ ਮੱਛੀ ਤਿਉਂ ਮਾਨਸਾਂ ਭਵੇ ਭਾਈ ਰੇ ਇਉਂ ਸਿਰ ਜਾਣੂ ਕਾਲ, ਮਨੁੱਖ ਨੂੰ ਸੰਬੋਧਿਤ ਹੋ ਕੇ ਗੱਲ ਕਹੀ ਆ, ਹੀ ਮੇਰੇ ਦੋਸਤ, ਜਿਹੜਾ ਕਾਲ ਆ ਨਾ, ਉਹਨੂੰ ਇੱਦਾਂ ਜਾਣੀ ਆਪਣੇ ਸਿਰ ਦੇ ਉੱਤੇ, ਜਿਉਂ ਮੱਛੀ ਤਿਉਂ ਮਾਨਸਾਂ ਪਵੈ ਅਚਿੰਤਾ ਜਾਲ। ਹੁਣ ਕਾਲ ਇਹ ਨਹੀਂ ਕਿਹਾ ਗਿਆ ਕਿ ਕਾਲ ਹੈ ਕੀ। ਜਦੋਂ ਇਹ ਗੱਲ ਕਰਦੇ ਆ ਕਾਲ ਦੇ ਅਰਥ, ਅਕਾਲ ਜਿਹੜਾ ਆ ਵੀ ਉਹ ਅਕਾਲ ਪੁਰਖ, ਜਿਹੜਾ ਕਾਲ ਤੋਂ ਰਹਿਤ ਆ, ਮੌਤ ਤੋਂ ਰਹਿਤ ਆ। ਕਾਲ ਮਤਲਬ ਮੌਤ। ਇੱਕ ਤੁਹਾਨੂੰ ਅਜ਼ੰਪਸ਼ਨ ਦਿੱਤੀ, ਪਹਿਲਾਂ ਮਾਨਤਾ ਦਿੱਤੀ ਹੈ, ਨਹੀਂ ਇੱਕ ਮਨੌਤ ਦਿੱਤੀ ਹੈ ਤੁਹਾਨੂੰ ਵੀ ਆਹ ਗੱਲ ਮੰਨ ਕੇ ਚੱਲੋ ਵੀ ਕਾਲ ਦੇ ਅਰਥ ਆ ਮੌਤ। ਹੁਣ ਉਹ ਆਪਣੀ ਮਨੌਤ ਦੇ ਕੇ ਫਿਰ ਕਹਿੰਦੇ ਆ ਵੀ ਗੁਰੂ ਸਾਹਿਬ ਕਹਿੰਦੇ ਭਾਈ ਰੇ ਇਉਂ ਸਿਰ ਜਾਣੋ ਕਾਲ, ਵੀ ਮੌਤ ਇੱਦਾਂ ਆ ਤੁਹਾਡੇ ਸਿਰ ਤੇ, ਜਿਉਂ ਮੱਛੀ ਤਿਉਂ ਮਾਨਸਾਂ ਪਵੇ ਅਚਿੰਤਾ ਜਾਲ। ਵੀ ਜਿੱਦਾਂ ਮੱਛੀ
ਪਾਣੀ 'ਚ ਰਹਿੰਦੀ ਆ ਤੇ ਉਹ ਸ਼ਿਕਾਰੀ ਜਾ ਕੇ ਜਾਲ ਸਿੱਟ ਕੇ ਉਹਨੂੰ ਫੜ ਲੈਂਦਾ, ਉਹਦੇ 'ਚ ਫਸ ਜਾਂਦੀ। ਇਦਾਂ ਹੀ ਜਿਹੜਾ ਬੰਦਾ ਆ ਉਹ ਮੌਤ ਦੇ ਚੱਕਰ 'ਚ ਫਸ ਜਾਂਦਾ। ਹੁਣ ਕੀ ਕੋਈ ਕਾਰਨ ਹੈ ਵੀ ਇਨਸਾਨ ਮੌਤ ਤੋਂ ਬਚ ਸਕਦਾ ਹੈ? ਜੇ ਮੱਛੀ ਨੂੰ ਅਸੀਂ ਇਹਨਾਂ ਅਰਥਾਂ 'ਚ ਸ਼ਬਦ ਨੂੰ ਲਵਾਂਗੇ, ਜੇ ਮੱਛੀ ਉਹ ਸ਼ਿਕਾਰੀ ਦੀ ਕੁੰਡੀ 'ਚ ਜਾਲ 'ਚ ਨਹੀਂ ਫਸਦੀ ਤਾਂ ਕੀ ਉਹ ਸਦਾ ਜਿੰਦੀ ਰਹੂਗੀ? ਉਹ ਹੋਰ ਕੋਈ ਕਾਰਨ ਨਹੀਂ ਉਹਦਾ ਬਣ ਸਕਦਾ। ਹੁਣ ਜਦੋਂ ਗੱਲ ਅਸੀਂ ਜਿਹੜੀ ਗੱਲ ਉਹ ਨਿਯਮ ਦੇ ਗੁਰੂ ਸਾਹਿਬ ਇੱਕ ਦੀ ਕਰਦੇ ਆ ਤੇ ਇੱਕ ਦੇ ਨਾਲ ਮਿਕ ਹੋ ਕੇ ਰਹੋ, ਉਹਨੂੰ ਸਮਝ ਕੇ ਜੀਓ। ਜਦੋਂ ਉਹ ਮੰਨਦੇ ਆ, ਹੁਣ ਕਾਲ ਦੀ ਜਗ੍ਹਾ ਕਾਲ ਦੇ ਅਰਥ ਜਿਹੜੇ ਤੁਸੀਂ ਕਰਨੇ ਆ, ਠੀਕ ਆ, ਉਹ ਇਹ ਕਰ ਲਓ ਵੀ ਜਿਹੜਾ ਆ ਪੁਜਾਰੀ ਦਾ ਢਾਂਚਾ ਆ, ਜਿਹੜੇ ਤੀਨੇ ਉਜਾੜੇ ਦਾ ਬੰਧ ਆ ਨਾ। ਹੁਣ ਇੱਕ ਬੰਦਾ ਅਰਥ ਕਰਨ ਲੱਗਾ, ਉਹ ਕਹਿੰਦਾ ਦੇਖੋ ਸਿੱਖੋ, ਖਿਆਲ ਰੱਖਿਓ, ਜਿਹੜੀ ਮੌਤ ਆ ਨਾ ਉਹ ਤਾਂ ਆਉਣੀ ਹੀ ਆਉਣੀ ਆ। ਤੁਸੀਂ ਆਪਣੇ ਫਰਜ਼ ਨਿਭਾਉਂਦੇ, ਜ਼ਿੰਮੇਵਾਰੀਆਂ ਨਿਭਾਉਂਦੇ, ਕੰਮ ਕਾਰ ਕਰਦੇ, ਚਾਹੇ ਅਰਥਕੁਏਕ ਆ ਜਾਏ, ਚਾਹੇ ਸੁਨਾਮੀ ਆ ਜਾਏ, ਚਾਹੇ ਕਿਤੇ ਅੱਗ ਲੱਗ ਜਾਏ, ਚਾਹੇ ਐਕਸੀਡੈਂਟ ਹੋ ਜਾਏ, ਕਿਸੇ ਬਿਮਾਰੀ ਨਾ ਹੋਏ, ਉਹ ਤਾਂ ਆਉਣੀ, ਉਹ ਤਾਂ ਅਟਾਲਿਆ। ਉਹ ਮੌਤ ਦੀ ਪਰਵਾਹ ਨਾ ਕਰੋ। ਪਰ ਜੇ ਸਹੀ ਮਾਇਨਿਆਂ 'ਚ ਦੇਖਣਾ ਨਾ, ਕਾਲ ਹੈਗਾ ਆ ਸਾਡੇ ਲਈ ਮਰਨਾ, ਅਸਲ ਮਰਨਾ ਉਹ ਆ ਜਿਹੜਾ ਅਸੀਂ ਪੁਜਾਰੀ ਦੇ ਚੁੰਗਲ 'ਚ ਫਸ ਜਾਂਦੇ ਹਾਂ। ਜਿਹੜੇ ਤਿੰਨੇ ਉਜਾੜੇ ਦਾ ਬੰਧ ਸੀਗੇ ਨਾ, ਇਹਨਾਂ ਦੇ ਵਿਛਾਈ ਹੋਏ ਜਾਲ ਦੇ ਵਿੱਚ ਫਸ ਜਾਂਦੇ ਹਾਂ। ਉਹ ਅਸਲ ਦੇ ਵਿੱਚ ਕਾਲ ਆ। ਹੁਣ ਉਹਦੇ ਅਰਥ ਕਰਕੇ ਦੇਖ ਲਿਓ। ਭਾਈ ਰੇ ਇਉਂ ਜਾਣੋ ਸਰਕਾਲ, ਜੋ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ। ਵੀ ਜਿੱਦਾਂ ਸਮੁੰਦਰ ਦੇ ਵਿੱਚ ਤੈਰਦੀ ਫਿਰਦੀ ਮੱਛੀ ਆ, ਇਦਾਂ ਹੀ ਇਸ ਕੁਦਰਤੀ ਨਿਜ਼ਾਮ ਦੇ ਵਿੱਚ ਉਹ ਜਿਹੜਾ ਇੱਕ ਆ, ਜਿਹੜਾ ਸਾਰਾ ਕੁਝ ਕਰਨੇ ਵਾਲਾ ਆ, ਉਹਦੇ ਵਿੱਚ ਬੰਦਾ ਆਜ਼ਾਦ ਤੁਰਿਆ ਫਿਰਦਾ, ਨਿਯਮ ਨੂੰ ਸਮਝਦਾ ਆ। ਕੋਈ ਉੱਤੇ ਧਰਮ ਦਾ ਠੱਪਾ ਨਹੀਂ ਹੈ, ਕੋਈ ਉਹਦੇ ਤੇ ਬੰਦਿਸ਼ ਨਹੀਂ ਹੈ। ਸਮਾਜ ਜਿਹੜੇ 'ਚ ਰਹਿੰਦਾ ਉਹਦੇ ਨਿਯਮਾਂ ਨੂੰ ਸਮਝਦਾ ਤੇ ਜੀ ਰਿਹਾ ਹੈ। ਜਿੱਦਾਂ ਮੱਛੀ ਪਾਣੀ 'ਚ ਇੱਧਰ ਨੂੰ ਜਾਂਦੀ, ਕਦੇ ਇੱਧਰ ਨੂੰ ਜਾਂਦੀ ਆ, ਠੀਕ ਹੈ। ਪਰ ਜਦੋਂ ਕੋਈ ਬਾਹਰੋਂ ਆਉਂਦਾ, ਉਹ ਇੱਕ ਕੁੰਡੀ ਨੂੰ ਖਾਣੇ ਦਾ ਮਾਸ ਦਾ ਟੁਕੜਾ ਲਾ ਕੇ ਏਦਾਂ ਸਮੁੰਦਰ ਦੇ ਵਿੱਚ, ਦਰਿਆ ਦੇ ਵਿੱਚ, ਉਹ ਪਾਣੀ ਦੇ ਵਿੱਚ ਸਿੱਟਦਾ ਤੇ ਮੱਛੀ ਨੂੰ ਕਹਿੰਦਾ ਤੂੰ ਇਹਨੂੰ ਭੁੱਲ ਜਾ, ਆ ਤੈਨੂੰ ਮੈਂ ਰੱਬ ਦਿਖਾਣਾ, ਆ ਤੈਨੂੰ ਮੈਂ ਇੱਕ ਹੋਰ ਸੰਸਾਰ ਦਿਖਾਣਾ। ਉਹ ਜਿਹੜਾ ਜੇ ਦੁਨੀਆ ਦੇਖੀਏ, ਜੇ ਰੱਬ ਦੇਖੀਏ, ਮੱਛੀ ਲਈ ਉਹ ਪਾਣੀ ਹੀ ਸਭ ਕੁਝ ਆ। ਪਰ ਜਦੋਂ ਉਹਨੂੰ ਛੱਡ ਕੇ ਉਹ ਸ਼ਿਕਾਰੀ ਦੀ ਸਿੱਟੀ ਹੋਈ ਕੁੰਡੀ ਦਾ ਖਾਣਾ ਖਾਣਾ ਚਾਹੁੰਦੀ ਆ, ਉਦੋਂ ਉਹ ਕਾਲ ਦੇ ਵਸ ਪੈ ਜਾਂਦੀ ਹੈ। ਇਦਾਂ ਹੀ ਬੰਦੇ ਲਈ ਗੱਲ ਕਹੀ ਗਈ ਹੈ ਵੀ ਹੇ ਮਨੁੱਖ, ਤੂੰ ਇਸ ਸੰਸਾਰ ਦੇ ਵਿੱਚ ਆਜ਼ਾਦ ਹੋ ਕੇ ਵਿਚਰਦਾ, ਸਾਰਾ ਕੁਝ ਤੇਰਾ ਆਪਣੀ ਮਰਜ਼ੀ ਦੇ ਨਾਲ ਜੋ ਜੀ ਕਰਦਾ। ਜਿੱਥੇ ਮਰਨ ਦੀ ਕੋਈ ਗਰੰਟੀ ਨਹੀਂ ਹੈ, ਪਰ ਇੱਥੋਂ ਤੂੰ ਆਪਣੀ ਮਰਜ਼ੀ ਨਾਲ ਜੇਬ ਤੇ ਖਰਚ ਕਰਨਾ, ਜਿੱਥੋਂ ਕਮਾਉਣਾ ਆ, ਜਿੰਨਾ ਰੱਖਣਾ, ਜੇ ਨਾਲ ਦੋਸਤੀ ਕਰਨੀ ਤੇਰੇ ਵੱਸ ਆ। ਪਰ ਜਿੱਦਣ ਤੂੰ ਇਹ ਪੁਜਾਰੀ ਦੀ ਸਿੱਟੀ ਹੋਈ ਰੱਬ ਰੂਪੀ ਕੁੰਡੀ, ਉਹਨੂੰ ਲੱਗਾ ਹੋਇਆ ਟੁਕੜਾ ਜਿਹੜਾ ਆ, ਉਹ ਆਪਣੇ ਮੂੰਹ 'ਚ ਪਾ ਲਿਆ, ਇਹਦੇ ਚੁੰਗਲ 'ਚ ਫਸ ਗਿਆ, ਆਪਣੇ ਤੇ ਠੱਪਾ ਲਵਾ ਕੇ ਤੁਰ ਪਿਆ ਇਹਦੇ ਨਾਲ, ਉਦੋਂ ਤੇਰਾ ਹਾਲ ਉਹ ਮੱਛੀ ਵਾਲਾ ਹੋਣਾ। ਹੁਣ ਤੁਸੀਂ ਇਸ ਐਂਗਲ ਤੋਂ ਸਾਰੇ ਸ਼ਬਦ ਦੇ ਅਰਥ ਕਰਕੇ ਦੇਖ ਲਿਓ ਵੀ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ। ਮੱਛੀ ਸਮੁੰਦਰ 'ਚ ਰਹਿੰਦੀ ਆ, ਬੰਦਾ ਇਸ ਸੰਸਾਰ ਦੇ ਵਿੱਚ ਵਿਚਰਿਆ ਹੈ, ਇਸ ਬ੍ਰਹਿਮੰਡ ਦੇ ਵਿੱਚ ਵਿਚਰਿਆ। ਉਹਨੇ ਸਮੁੰਦਰ ਨੂੰ ਇੱਕ ਨਾ ਜਾਣਿਆ, ਉਹਨੂੰ ਰੱਬ ਨਾ ਜਾਣਿਆ। ਸ਼ਿਕਾਰੀ ਦੇ ਉਹਨੂੰ ਫੜਨੇ ਵਾਲੇ ਦੇ ਝਾਂਸੇ 'ਚ ਆ ਕੇ ਉਹ ਜਾਲ ਦੇ ਨੇੜੇ ਚਲ ਗਈ, ਜਾਂ ਉਹ ਖਾਣਾ ਮੂੰਹ 'ਚ ਪਾ ਲਿਆ। ਇੱਦਾਂ ਹੀ ਬੰਦਾ ਸੰਸਾਰ ਵਿੱਚ ਵਿਚਰਿਆ ਆ, ਉਹਨੂੰ ਛੱਡ ਕੇ ਇਹਨੇ ਪੁਜਾਰੀ ਦਾ ਦਿੱਤਾ ਹੋਇਆ ਟੁਕੜਾ ਮੂੰਹ 'ਚ ਪਾ ਲਿਆ, ਉਹਦੇ ਮਗਰ ਲੱਗ ਕੇ ਤੁਰ ਪਿਆ ਵੀ ਅੱਛਾ ਕੋਈ ਰੱਬ ਹੈ, ਮੈਨੂੰ ਹੋਰ ਵੀ ਕੁਝ ਦਿਖਾ ਸਕਦਾ ਹੈ, ਮੇਰੇ ਦੁੱਖਾਂ ਦਾ ਛੁਟਕਾਰਾ ਕਿਤੇ ਹੋਰ ਵੀ ਹੋ ਸਕਦਾ, ਮੇਰਾ ਭਲਾ ਕਿਤੇ ਹੋਰ ਵੀ ਅਰਦਾਸਾਂ ਕਰਕੇ ਮੈਨੂੰ ਮਿਲ ਸਕਦਾ ਕੁਛ। ਇਹਦੇ ਮਗਰ ਤੁਰ ਪੈਂਦਾ। ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ, ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ। ਹੁਣ ਚਾਹੇ ਮੱਛੀ ਨੂੰ ਕਹਿ ਲਓ ਵੀ ਅੱਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ, ਚਾਹੇ ਮਨੁੱਖ ਨੂੰ ਕਹਿ ਲਓ ਵੀ ਇੰਨਾ ਸਮਝਦਾਰ ਯਾਰ ਤੂੰ,
ਸਾਰੀ ਗੱਲ ਜਾਣਦਾ, ਇੰਨੇ ਲੌਜਿਕ ਤੇਰੇ ਕੋਲ, ਤੂੰ ਫਿਰ ਇਹਦੇ ਚੁੰਗਲ ਵਿੱਚ ਫਸ ਗਿਆ। ਤੈਨੂੰ ਬਾਕੀ ਆਪ ਤੂੰ ਨਿਊਜ਼ੀਲੈਂਡ, ਅਮਰੀਕਾ, ਕੈਨੇਡਾ ਰਹਿਣਾ, ਤੈਨੂੰ ਚੰਗੀ ਤਰ੍ਹਾਂ ਪਤਾ ਜਦੋਂ ਬੱਚੇ ਤੇਰੇ ਨਾਲ ਕੋਈ ਮਾੜਾ ਜਿਹਾ ਧੱਕਾ ਹੁੰਦਾ, ਤੂੰ ਫਟਾਫਟ ਜਾ ਕੇ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਦਾ ਵੀ ਭਾਈ ਇਹਨੂੰ ਇਹਦੇ ਮੁੱਕਾ ਮਾਰ ਦਿੱਤਾ, ਇਹਦੇ ਦੰਦੀ ਵੱਢ ਦਿੱਤੀ ਆ, ਇਹਦੇ ਨਾਲ ਲੜ ਪਿਆ ਅਗਲਾ ਕਹਿੰਦਾ ਮੈਨੂੰ ਗੱਲਾਂ ਕਹਿੰਦਾ ਸੀ, ਚੜਾਉਂਦਾ ਸੀ, ਤੇ ਤੂੰ ਦਲੀਲਾਂ ਦਿੰਦਾ ਜਾ ਕੇ ਵੀ ਗੱਲ ਕਹੀ ਸੀ, ਉਹ ਸ਼ਿਕਾਇਤ ਲਾਉਂਦਾ ਜਾ ਕੇ, ਉਹ ਫੌਜਦਾਰੀ ਕਿਉਂ ਕੀਤੀ। ਪਰ ਜਦੋਂ ਇੰਡੀਆ ਦੀ ਗੱਲ ਹੁੰਦੀ ਆ ਤੂੰ ਫਟਾਫਟ 50,000 ਰੁਪਈਆ ਭੇਜ ਦਿੰਦਾ, ਪਿੱਛਾ ਉੱਥੇ ਬੇਅਦਬੀ ਹੋ ਗਈ, ਲਾਓ ਸਿਰੇ ਦਾ, ਮੈਂ ਭੇਜਦਾ ਪੈਸੇ। ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾ। ਜਦੋਂ ਕਾਲ ਦੇ ਅਰਥ, ਜਦੋਂ ਸਮੁੰਦਰ ਨੂੰ ਤੁਸੀਂ ਇਸ ਬ੍ਰਹਿਮੰਡ ਨਾਲ ਮਿਲ ਕੇ ਦੇਖਣਾ, ਕਾਲ ਨੂੰ ਮੌਤ ਨਹੀਂ, ਕਾਲ ਪੁਜਾਰੀ ਆ ਸਾਡੇ ਲਈ, ਜਦੋਂ ਉਹ ਕਰਕੇ ਦੇਖਣੇ ਆ, ਠੀਕ ਹੈ। ਫਿਰ ਤੁਹਾਨੂੰ ਅੱਗੇ ਤੋਂ ਅੱਗੇ ਸਮਝ ਆਉਣੀ। ਕੀਤੇ ਕਾਰਨ ਪਾਕੜੀ, ਕਾਲ ਨਾ ਟਲੇ ਸਰਾਂ। ਕੀਤੇ ਕਾਰਨ ਮਤਲਬ ਵਸਾ ਕੀਤੇ ਕਾਰਨ ਪੁਜਾਰੀ। ਫਿਰ ਇੱਕ ਵਾਰੀ ਜਦੋਂ ਮਨੁੱਖ ਇੱਕ ਵਾਰੀ ਉਹ ਵਸਾ ਕਰਕੇ ਵਹਿ ਗਿਆ ਪੁਜਾਰੀ ਦੇ ਉੱਤੇ, ਠੀਕ ਹੈ, ਫਿਰ ਕਾਲ ਫਿਰ ਨਹੀਂ ਟਲਦਾ। ਕਾਲ ਫਿਰ ਤਾਂ ਜਿਹੜੀ ਮੱਛੀ ਨੇ ਉਹ ਕੁੰਡੀ ਨਾਲ ਲੱਗਾ ਹੋਇਆ ਖਾਣਾ ਇੱਕ ਵਾਰੀ ਏਦਾਂ ਆਪਣੇ ਮੂੰਹ ਨੂੰ ਲਾ ਲਿਆ, ਤੁਹਾਨੂੰ ਲੱਗਦਾ ਫਿਰ ਛੁਟਕਾਰਾ ਹੋ ਜੂ। ਮਤਲਬ ਜੀਂਦੀ ਵੀ ਆ ਜਾਵੇ ਬਾਹਰ ਏਦਾਂ, ਫਿਰ ਛੱਡ ਦੂਗਾ। ਬਸ ਇਦਾਂ ਹੀ ਤੁਸੀਂ ਪੁਜਾਰੀ ਦੇ ਚੁੰਗਲ ਵਿੱਚ ਫਸਦੇ ਆ। ਇਹਨਾਂ ਨੂੰ ਕਿਸੇ ਵੀ ਸ਼ਬਦ ਨੂੰ ਲੈ ਕੇ, ਕਿਸੇ ਵੀ ਗੱਲ ਨੂੰ ਲੈ ਕੇ ਇੰਨੀ ਸ਼ਰਮ ਆਉਂਦੀ ਆ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਬਾਰੇ। ਫਿਰ ਦਲੀਲਾਂ ਦੇਣਗੇ, ਧੁੰਦਾ ਲੱਗਾ ਸੀ ਕਰਨ ਵੀ ਜੀ ਮੇਰੀ ਬੀਬੀ ਨਾਲ ਗੱਲ ਹੋਈ, ਉਹ ਕਿਸੇ ਬਾਬੇ ਬਾਰੇ ਕਹਿ ਰਹੀ ਸੀ ਵੀ ਸਾਡਾ ਬਾਬਾ ਕਾਨੂੰਨ ਮਾਫ ਕਰਾ ਦਊਗਾ, ਬਿੱਲ ਮਾਫ ਕਰਾ ਦਊਗਾ। ਇਹਨਾਂ ਨੂੰ ਸਮਝ ਨਹੀਂ ਹੈਗੀ ਵੀ ਇੱਕ ਜਿਹੜਾ ਇੱਕ ਨਾਲ ਜੁੜ ਕੇ ਰਹਿਣਾ। ਇਹਨਾਂ ਨੂੰ ਪੁੱਛੇ ਹੋਏ ਉਹ ਝੁੱਡਗੋ, ਜੇ ਕੋਈ ਤੁਹਾਨੂੰ ਕਹਿਦਾ ਵੀ ਗੁਰੂ ਗ੍ਰੰਥ ਸਾਹਿਬ ਬਿੱਲ ਮਾਫ ਕਰਾ ਦੋਗੇ, ਤੁਸੀਂ ਪ੍ਰਚਾਰਕ ਸਾਰੇ ਇਕੱਠੇ ਹੋ ਕੇ ਇੱਕ ਦਾ ਰੌਲਾ ਪਾਉਂਦੇ ਆ। ਉਸ ਰੱਬ ਅੱਗੇ ਅਰਦਾਸ ਕਰਕੇ ਕਿਉਂ ਨਹੀਂ ਉਹਦੀ ਧੌਣ ਤੇ ਗੁੱਡਾ ਰੱਖਦੇ ਵੀ ਆਓ ਸਾਡੇ ਬਿੱਲ ਮਾਫ ਕਰਵਾ ਪਹਿਲਾਂ ਮੋਦੀ ਕੋਲੋਂ। ਜੇ ਅਗਲਾ ਤੁਹਾਨੂੰ ਪੁੱਛ ਲਵੇ ਮੈਂ ਮੋਦੀ ਵੱਡਾ ਕਿ ਤੁਹਾਡਾ ਰੱਬ ਹੋਏ, ਉਹ ਬਾਬੇ ਬਾਰੇ ਕਹਿੰਦੇ ਆ, ਠੀਕ ਹੈ, ਨਾ ਸਮਝਿਆ, ਉਹ ਛੋਟੀ ਮਛਲੀ ਆ, ਛੋਟੇ ਤਲਾਬ ਦੇ ਵਿੱਚ ਆ, ਉੱਥੇ ਉਹਨੂੰ ਕਹਿਣੇ ਵਾਲਾ ਕਹਿ ਰਿਹਾ ਵੇ ਕਿਉਂ ਕੀਤਾ ਵਿਸਾ। ਅਤ ਸਿਆਣੀ ਸੋਹਣੀ ਕਿਉਂ ਕੀਤਾ ਵਿਸਾ। ਜਿਹੜੀ ਦਰਿਆ 'ਚ ਆ, ਸਮੁੰਦਰ 'ਚ ਆ, ਉਹਨੂੰ ਉਹਦੇ ਬਾਰੇ ਕਹਿ ਰਿਹਾ ਆ ਵੀ ਇੰਨੀ ਆਜ਼ਾਦੀ ਨਾਲ ਐਡੀ ਵੱਡੀ ਥਾਂ ਦੇ ਉੱਤੇ ਆਪਣੀ ਮਰਜ਼ੀ ਨਾਲ ਘੁੰਮਦੀ ਫਿਰਦੀ ਸੀ ਤੂੰ। ਬਸ ਜਿੱਦਣ ਸਮਝ ਲਿਆ ਇਹਨਾਂ ਨੂੰ ਸਾਰਾ ਕੁਝ ਤੁਹਾਡਾ ਇਹ ਪੁਜਾਰੀ ਦਾ ਜਿਹੜਾ ਧੰਦਾ ਆ, ਜਿਹੜਾ ਜਾਲ ਆ, ਇਹ ਇਕੱਲਾ ਇਹਨਾਂ ਨੇ ਕਹਾਣੀਆਂ ਹਿੰਦੂਆਂ ਦੀਆਂ, ਹੋਰ ਧਰਮਾਂ ਦੀਆਂ ਸੁਣਾ ਕੇ, ਗੁਰਬਾਣੀ ਦੀਆਂ ਪੰਕਤੀਆਂ ਸਾਡੇ ਸਿਰ ਮੜ ਕੇ, ਸਾਡੇ ਤੇ ਥੋਪ ਕੇ ਸਾਨੂੰ ਲੁੱਟ ਕੇ ਖਾ ਲਿਆ। ਸੱਚ ਜਾਣਿਓ, ਜਿਹੜੀ ਅਸਲੀਅਤ ਆ ਪੁਜਾਰੀ ਇਹ ਅਸਲ ਦੇ ਵਿੱਚ ਆਪਣੇ ਬੱਚਿਆਂ ਦੀ ਸਕੂਲਾਂ ਦੀਆਂ ਮੀਟਿੰਗਾਂ ਅਟੈਂਡ ਕਰਿਆ ਕਰੋ। ਉਹਨਾਂ ਦੀ ਸਟੱਡੀ ਜਿਹੜੀ ਆ, ਉਹਨਾਂ ਦਾ ਹੋਮਵਰਕ, ਰਿਪੋਰਟਾਂ ਉਹਨਾਂ ਦੀਆਂ ਪੜ੍ਹਿਆ ਕਰੋ। ਜੋ ਪੜ੍ਹਦੇ ਆ ਉਹ ਅਸਾਈਨਮੈਂਟਾਂ ਜਿਹੜੀਆਂ ਉਹਨਾਂ ਨੂੰ ਚੈੱਕ ਕਰਕੇ ਦੇਖਿਆ ਕਰੋ। ਮੈਨੂੰ ਨਹੀਂ ਲੱਗਦਾ ਅੱਜ ਬੰਦੇ ਨੂੰ, ਜੇ ਉਹ ਆਪਣੇ ਬੱਚੇ ਨੂੰ 5 ਸਾਲ ਤੋਂ ਲੈ ਕੇ, ਯਾਨੀ ਪਹਿਲੀ ਕਲਾਸ ਤੋਂ ਲੈ ਕੇ 12, 13, 14 ਸਾਲ ਜਿੰਨੇ ਵੀ ਉਹ ਕਾਲਜ ਤੱਕ ਪੜ੍ਹਦਾ ਹੈ, ਜੇ ਕਿਤੇ ਉਹਦੇ ਨਾਲ ਉਹਨਾਂ ਰੋਜ਼ ਇੰਨੀ ਕੁ ਗੱਲ ਕਰੀ ਜਾਵੇ ਵੀ ਅੱਜ ਸਾਇੰਸ ਦੇ ਵਿੱਚ ਅਸਾਈਨਮੈਂਟ ਕੀ ਸੀ, ਤੁਹਾਡੀ ਇੰਗਲਿਸ਼ ਦੀ ਕੀ ਸੀ, ਠੀਕ ਹੈ, ਮੈਨੂੰ ਨਹੀਂ ਲੱਗਦਾ ਕਿਤੇ ਹੋਰ ਗਿਆਨ ਲੈਣ ਦੀ ਲੋੜ ਹੈ। ਇੰਨਾ ਕੁਛ ਬੱਚੇ ਨੂੰ ਦਿੱਤਾ ਜਾ ਰਿਹਾ ਹੈ। ਸਕੂਲਾਂ ਨੂੰ ਫਿਕਰ ਪਿਆ ਹੋਇਆ ਆ, ਉਹ ਕਹਿੰਦੇ ਆ ਅਸੀਂ ਤੁਹਾਡਾ ਬੱਚਾ ਕਰਕੇ ਨਹੀਂ ਪਾਲਣਾ, ਅਸੀਂ ਇਸ ਕਰਕੇ ਨਹੀਂ ਉਹਨੂੰ ਪੜ੍ਹਾਉਣ ਲੱਗੇ ਵੀ ਤੁਹਾਡਾ ਬੱਚਾ ਆ, ਜਾਂ ਅਸੀਂ ਇਸ ਕਰਕੇ ਨਹੀਂ ਪੜ੍ਹਾਉਣ ਲੱਗੇ ਵੀ ਸਾਡੇ ਸਕੂਲ ਦਾ ਵਿਦਿਆਰਥੀ ਆ ਰਿਕਾਰਡ ਵਧੀਆ ਆਵੇ। ਸਾਡੇ ਅੰਦਰ ਇਹ ਨਹੀਂ ਹੈਗਾ ਵੀ ਇਹ ਨਿਊਜ਼ੀਲੈਂਡ ਦਾ ਜਾਂ ਅਮਰੀਕਾ ਕੈਨੇਡਾ ਦਾ ਸਿਟੀਜ਼ਨ ਆ, ਅਸੀਂ ਇੱਥੇ ਦੇ ਲੋਕਾਂ ਨੂੰ ਸੋਹਣਾ ਬਣਾਉਣਾ ਚਾਹੁੰਦੇ ਆ, ਇੰਟੈਲੀਜੈਂਟ ਬਣਾਉਣਾ ਚਾਹੁੰਦੇ ਆ, ਇਹ ਬੱਚੇ ਦੇ ਵਿੱਚੋਂ ਪ੍ਰਾਈਮ ਮਿਨਿਸਟਰ ਦੇਖਦੇ ਆ ਤਾਂ ਅਸੀਂ ਪੜ੍ਹਾਉਣਾ ਚਾਹੁੰਦੇ ਆ। ਅੱਗੇ ਅਸੀਂ ਵੀ ਇੱਦਾਂ ਸੋਚਦੇ ਸੀ ਵੀ ਇਹ ਸਕੂਲ ਜਿਹੜੇ ਆ, ਇਹਨਾਂ ਨੂੰ ਲੱਗਦਾ ਬੱਚਿਆਂ ਦੇ ਅੰਦਰ ਭਵਿੱਖ ਆ ਦੇਸ਼ ਦਾ, ਇਹਨਾਂ ਬੱਚਿਆਂ 'ਚ ਕੋਈ ਪੁਲਿਸ ਦਾ ਕਮਿਸ਼ਨ ਬਣਨਾ, ਕਿਸੇ ਨੇ ਮਿਨਿਸਟਰ ਬਣਨਾ, ਕਿਸੇ ਨੇ ਪ੍ਰਾਈਮ ਮਿਨਿਸਟਰ ਬਣਨਾ, ਕਿਸੇ ਨੇ ਗਵਰਨਰ ਬਣਨਾ। ਉਹਨੂੰ ਇਹ ਸੋਚ ਕੇ ਪਾਲਦੇ ਆ ਵੀ ਇਹ ਬੈਲੈਂਸ ਪਰਸਨੈਲਿਟੀ ਹੋਵੇ, ਦੇਸ਼ ਦਾ ਭਵਿੱਖ ਸੋਹਣਾ ਹੋਵੇ। ਪਰ ਨਹੀਂ, ਅੱਜ ਸਕੂਲ ਵਾਲੇ ਕਹਿੰਦੇ ਆ ਅਸੀਂ ਗਲੋਬ ਦਾ ਸਿਟੀਜ਼ਨ ਬਣਾਉਣ ਦੇ ਨਾਤੇ ਪਾਲਦੇ ਆ, ਅਸੀਂ ਉਹ ਸਿੱਖਿਆ, ਉਹ ਵਿੱਦਿਆ ਦੇਣੀ ਚਾਹੁੰਦੇ ਆ। ਸਾਡੇ ਸਕੂਲ 'ਚੋਂ ਪੜ੍ਹ ਕੇ ਬੱਚਾ ਵੱਡਾ ਹੋ ਕੇ ਜਦੋਂ ਬਾਹਰ ਜਾਵੇ, ਇਹ ਸਾਰੇ ਗਲੋਬ ਨੂੰ
ਪੂਰੀ ਧਰਤੀ ਨੂੰ ਆਪਣਾ ਦੇਸ਼, ਆਪਣਾ ਘਰ ਸਮਝੇ, ਜਿੱਥੇ ਵੀ ਜਾਵੇ ਉੱਥੇ ਦੇ ਸਿਟੀਜ਼ਨ ਹੋਣ ਦਾ ਮਾਣ ਪ੍ਰਾਪਤ ਕਰ ਸਕੇ। ਇਹ ਤੋਂ ਕੋਈ ਇਦਾਂ ਦੀ ਕੋਤਾਹੀ ਨਾ ਹੋਵੇ ਵੱਡਾ ਹੋ ਕੇ। ਜੇ ਇਸ ਮੁਲਕ ਦੇ ਵਿੱਚ ਤਾਂ ਫਿੱਟ ਆ ਜਾਵੇ, ਇਸ ਕਲਚਰ ਦੇ ਲਈ ਤਾਂ ਫਿੱਟ ਹੋਵੇ ਇਹ, ਪਰ ਕਿਸੇ ਦੂਜੇ ਕਲਚਰ ਵਿੱਚ ਜਾ ਕੇ ਇਹ ਰਹਿ ਨਾ ਸਕੇ, ਸਮਝ ਨਾ ਸਕੇ ਉਹਨਾਂ ਲੋਕਾਂ ਨੂੰ। ਉਹ ਤਿਆਰੀ ਉਹ ਕਰਾਉਣ ਲੱਗੇ ਹੋ ਆ, ਤੇ ਸਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ, ਫਖਰ ਹੋਣਾ ਚਾਹੀਦਾ। ਅਸੀਂ ਗਿਆਨ ਨੂੰ ਗੁਰੂ ਕਹਿਣੇ ਵਾਲੇ ਹਾਂ। ਕੋਸ਼ਿਸ਼ ਕਰੀਏ ਜਿਹੜਾ ਸੰਕਲਪ ਹੈ ਅਸਲ 'ਚ ਗੁਰੂ ਸਾਹਿਬ ਦਾ, ਉਹਦੇ ਨਾਲ ਜੁੜੀਏ।